हेलो एवरीवन, आई एम दिलजोत इन फ्रंट ऑफ यू फ्रॉम गुरुकुल इन्फोटेक कुराली। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬੱਚੇ ਵੀਡੀਓਜ਼ ਕਿਹਦੇ ਤੇ ਟੈਂਸਿਸ ਦੇ ਉੱਪਰ। ਠੀਕ ਹੈ ਜੀ, ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਬੱਚੇ ਬਿਲਕੁਲ ਹੀ ਹਾਲੇ ਬਿਗਨਰਸ ਆ, ਜਿਹੜੇ ਹਾਲੇ ਟੈਂਸਿਸ ਸਿੱਖ ਰਹੇ ਆ, ਜਿਨ੍ਹਾਂ ਨੂੰ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਆ। ਸੋ ਲੈਟ ਅਸ ਸਟਾਰਟ ਆवर ਵੀਡੀਓ। ਸੋ ਆਪਾਂ ਗੱਲ ਕਰਨ ਜਾ ਰਹੇ ਆ ਬੱਚੇ ਅੱਜ ਟੈਂਸਿਸ ਦੀ। ਆਲਰਾਈਟ, ਟੈਂਸਿਸ ਹੁੰਦੇ ਕੀ ਆ? ਸੋ ਟੈਂਸਿਸ ਕੀ ਹੁੰਦੇ ਆ? ਟੈਂਸਿਸ ਇੱਕ ਟੈਂਸਿਸ ਸਾਨੂੰ ਦੱਸਦੇ ਆ ਕਿਹਦੇ ਬਾਰੇ? ਟੈਲ ਅਸ ਅਬਾਊਟ ਟਾਈਮ। ਟੈਂਸਿਸ ਕੀ ਹੁੰਦੇ ਆ? ਕਾਲ, ਜਿਹਨੂੰ ਆਪਾਂ ਹਿੰਦੀ ਚ ਬੋਲਦੇ ਆ ਕਾਲ। ਇਹ ਸਾਨੂੰ ਦੱਸਦੇ ਆ ਕਿਹਦੇ ਬਾਰੇ? ਵੀ ਟਾਈਮ, ਕਿਹੜੇ ਟਾਈਮ ਦੇ ਵਿੱਚ ਕੋਈ ਕੰਮ ਹੋ ਰਿਹਾ ਆ। ਤਿੰਨ ਤਰ੍ਹਾਂ ਦੇ ਟੈਂਸ ਹੁੰਦੇ ਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਠੀਕ ਹੈ ਜੀ, ਪਾਸਟ ਕੀ ਹੋਊਗਾ? ਜਿਹੜਾ ਕੰਮ ਹੋ ਚੁੱਕਿਆ ਆ। ਪ੍ਰੈਜ਼ੈਂਟ ਚ ਕਿਹੜੇ ਕੰਮ ਹੋਣਗੇ, ਹਨਾ, ਜਿਹੜੇ ਆਪਣੇ ਕੰਮ ਚੱਲ ਰਹੇ ਆ। ਤੇ ਫਿਊਚਰ ਜਿਹੜਾ ਆਪਣਾ ਆਉਣ ਵਾਲਾ ਟਾਈਮ ਹੁੰਦਾ ਆ। ਸੋ ਬੇਸਿਕਲੀ ਟੈਂਸ ਕੀ ਹੁੰਦੇ ਆ? ਟੈਂਸ ਦਾ ਮਤਲਬ ਹੁੰਦਾ ਆ ਕਾਲ, ਜਿਹੜਾ ਆਪਾਂ ਨੂੰ ਦੱਸਦਾ ਆ, ਜਿਹੜੇ ਟਾਈਮ ਬਾਰੇ ਦੱਸਦਾ ਆ ਵੀ ਕੰਮ ਕਿਹੜੇ ਟਾਈਮ ਦੇ ਵਿੱਚ ਹੋ ਰਿਹਾ ਆ। ਆਲਰਾਈਟ, ਸੋ ਅਗਰ ਆਪਾਂ ਗੱਲ ਕਰੀਏ ਟੈਂਸਿਸ ਤਿੰਨ ਤਰ੍ਹਾਂ ਦੇ ਆਪਾਂ ਡਿਸਕਸ ਕੀਤੇ। ਸੌਰੀ, प्रेजेंट, पास्ट एंड फ्यूचर। ऑलराइट, सो अगर चाहे बच्चे प्रेजेंट टेंस है, चाहे पास्ट टेंस है, चाहे फ्यूचर टेंस है, उन्होंने सब दी अगों की हुंदियां आ चार सब टाइप्स हुंदियां आ। पहली टाइप केड़ी आ? इंडेफिनेट। इंडेफिनेट नूं ही आपां सिंपल टेंस बोलदे आ। ऑलराइट, दूसरी हुंदी है जी कॉन्टिन्यूस। थर्ड वन हुंदी है परफेक्ट। फोर्थ वन हुंदी है परफेक्ट कॉन्टिन्यूस। सो चाहे प्रेजेंट है, चाहे पास्ट है, चाहे फ्यूचर है, सब दियां की होणगियां चार सब टाइप्स। मींस 4 plus 4 plus 4, 4 plus 4 plus 4 means 12। सो ओवरऑल ਜਿਹੜੇ ਆਪਣੇ ਟੈਂਸਸ ਹੁੰਦੇ ਆ ਇੰਗਲਿਸ਼ ਦੇ ਵਿੱਚ, ਉਹ ਕਿੰਨੇ ਹੁੰਦੇ ਆ? 12 ਟੈਂਸ ਹੁੰਦੇ ਆ। ਸੋ ਜੇ ਤੁਸੀਂ ਇਹਨਾਂ 12 ਦੇ 12 ਟੈਂਸਸ ਦੇ ਉੱਤੇ ਤੁਹਾਡੀ ਕਮਾਂਡ ਵਧੀਆ ਹੋਊਗੀ ਬੱਚੋ, ਤੁਹਾਨੂੰ 50% ਇੰਗਲਿਸ਼ ਆ ਜਾਂਦੀ ਆ। ਤੁਹਾਨੂੰ ਸੈਂਟੈਂਸ ਫਾਰਮੇਸ਼ਨ ਪਤਾ ਲੱਗਣ ਲੱਗ ਜਾਂਦੀ ਕਿ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿੱਦਾਂ ਆਪਾਂ ਹੈਲਪਿੰਗ ਵਰਬਸ ਪਾਉਣੀਆਂ ਹੁੰਦੀਆਂ, ਕਿੱਦਾਂ ਆਪਾਂ ਵਰਬਸ ਪਾਉਣੀਆਂ ਹੁੰਦੀਆਂ। ਠੀਕ ਹੈ ਜੀ, ਹੁਣ ਆਪਾਂ ਡਿਸਕਸ ਕਰਾਂਗੇ ਆਪਣੇ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਆ ਹੈਲਪਿੰਗ ਵਰਬਸ। ਠੀਕ ਹੈ ਜੀ ਬੱਚੇ, ਆਪਾਂ ਡਿਸਕਸ ਕੀਤਾ ਪ੍ਰੈਜ਼ੈਂਟ ਟੈਂਸ ਆ, ਪਾਸਟ ਟੈਂਸ ਆ, ਫਿਊਚਰ ਟੈਂਸ ਆ। ਸੋ ਅਗਰ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਦੀਆਂ ਹੈਲਪਿੰਗ ਵਰਬਸ ਕਿਹੜੀਆਂ ਹੁੰਦੀਆਂ? ਡੂ, ਡਜ਼, ਇਜ਼, ਐਮ, ਆਰ, ਹੈਜ਼ ਐਂਡ ਹੈਵ। ਇਹ ਹੈਲਪਿੰਗ ਵਰਬਸ ਆਪਣੀ ਕਿੱਥੇ ਯੂਜ਼ ਹੁੰਦੀਆਂ? ਇਹ ਆਪਣੀਆਂ ਯੂਜ਼ ਹੁੰਦੀਆਂ ਪ੍ਰੈਜ਼ੈਂਟ ਟੈਂਸ ਦੇ ਵਿੱਚ। ਅਗਰ ਆਪਾਂ ਗੱਲ ਕਰੀਏ ਪਾਸਟ ਟੈਂਸ ਦੀ, ਦੈਨ ਪਾਸਟ ਟੈਂਸ ਚ ਆਪਾਂ ਯੂਜ਼ ਕਰਦੇ ਆ ਡਿਡ, ਵਾਜ਼, ਵਰ ਐਂਡ ਹੈਡ। ਅਗਰ ਆਪਾਂ ਗੱਲ ਕਰੀਏ ਫਿਊਚਰ ਦੀ, ਫਿਊਚਰ ਚ ਯੂਜ਼ ਹੁੰਦੀ ਆ will, shall, will have and shall have। ठीक है जी, ये सब कुछ अपनी हेल्पिंग वर्ब्स ने ਜਿਹੜੀਆਂ ਆਪਣੀ वर्ब्स ਦੀਆਂ ਹੈਲਪ ਕਰਦੀਆਂ, ਜਿਹੜੇ ਆਪਣੇ ਸੈਂਟੈਂਸ ਵਿੱਚ ਬਣਾਉਣ ਵਿੱਚ ਆਪਾਂ ਨੂੰ ਹੈਲਪ ਕਰਦੀਆਂ ਆ। ਸੋ ਅਗਰ ਆਪਾਂ ਗੱਲ ਕਰੀਏ ਮੇਨ ਵਰਬ ਦੀ, ਠੀਕ ਹੈ, ਵਰਬ ਦਾ ਮਤਲਬ ਕੀ ਹੁੰਦਾ? ਬੇਸਿਕਲੀ ਵਰਬ ਦਾ ਮਤਲਬ ਹੁੰਦਾ ਕਿਰਿਆ, ਕੰਮ ਕੀ ਹੋ ਰਿਹਾ ਆ। ਜਿੱਦਾਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਤਾਂ ਪੜ੍ਹਾਉਣ ਨੂੰ ਆਪਾਂ ਕੀ ਬੋਲਦੇ ਆ? ਟੀਚ। ਸੋ ਆਪਣੀ ਜਿਹੜੀ ਵਰਬ ਆ ਉਹ ਕੀ ਆ? ਟੀਚ। ਠੀਕ ਹੈ ਜੀ, ਤੁਸੀਂ ਸੁਣ ਰਹੇ ਹੋ। ਠੀਕ ਹੈ ਜੀ, ਤੁਸੀਂ ਕੀ ਕੰਮ ਕਰ ਰਹੇ ਹੋ? ਸੁਣ ਰਹੇ ਹੋ। ਸੋ ਸੁਣਨਾ ਕੀ ਹੋਗਾ? ਤੁਸੀਂ ਤੁਹਾਡਾ ਕੰਮ ਹੈ ਸੁਣਨ ਦੀ ਇੰਗਲਿਸ਼ ਕੀ ਹੁੰਦੀ ਹੈ? ਲਿਸਨ। ਸੋ ਲਿਸਨਿੰਗ ਕੀ ਆ? ਤੁਹਾਡੀ ਵਰਬ ਆ। ਸੋ ਇੱਕ ਵਰਬ ਦੀ ਤੁਹਾਨੂੰ ਪਤਾ ਆ, ਆਪਾਂ ਸਭ ਜਾਣਦੇ ਆ ਕਿ ਤਿੰਨ ਟਾਈਪਸ ਹੁੰਦੇ ਆ। ਠੀਕ ਹੈ ਜੀ, ਜਿੱਦਾਂ ਸਿੰਗ ਆ, ਸਿੰਗ, ਸੈਂਗ, ਸੰਗ, ਸੌਰੀ, and eat, ate, eaten, like that। ठीक है जी, अगर आप गल करिए बच्चे फर्स्ट फॉर्म दी, अगर कोई भी इंडेफिनिट टेंस आ जाए, ऑलराइट, कोई भी इंडेफिनिट टेंस आ जाए, ਉਹਦੇ ਵਿੱਚ ਆਪਾਂ ਕੀ ਯੂਜ਼ ਕਰਨੀ ਹੁੰਦੀ ਹੈ? ਹਮੇਸ਼ਾ ਫਰਸਟ ਫਾਰਮ ਯੂਜ਼ ਕਰਨੀ ਹੁੰਦੀ ਹੈ। ਅਗਰ ਆ ਜਾਏ ਜੀ ਕੰਟੀਨਿਊਸ ਟੈਂਸ, ਉਹਦੇ ਚ ਆਪਾਂ ਕੀ ਯੂਜ਼ ਕਰਦੇ ਆ? ਫਰਸਟ ਫਾਰਮ ਪਲਸ ing। ਠੀਕ ਹੈ ਜੀ, ਜਿੱਦਾਂ ਮੈਂ ਕਹਤਾ ਮੈਂ ਪੜ੍ਹਾ ਰਹੀ ਹਾਂ। ਠੀਕ ਹੈ ਜੀ, ਮੈਂ ਪੜ੍ਹਾ ਰਹੀ ਹਾਂ, ਕੰਮ ਹਜੇ ਹੋ ਰਿਹਾ, ਕੰਟੀਨਿਊਸ ਆ, ਉਦੋਂ ਆਪਾਂ ਕੀ ਬੋਲਾਂਗੇ? I am teaching। ठीक है जी, टीच अपनी फर्स्ट फॉर्म होगी, नाल आपा लाता ing, की बन गया टीचिंग। देन थर्ड वन इज परफेक्ट। जब भी कोई परफेक्ट दा टेंस आ जाए, ठीक है जी, परफेक्ट आ जाए, उदों आपा की लगानी हुंदी है? हमेशा थर्ड फॉर्म लाउणी हुंदी है। सो ठीक है जी, ये हुंदा है अपनी कुछ तुहानूं मैं बेसिक नॉलेज दित्ती है अपनी फॉर्म्स ऑफ वर्ब्स बारे। ऑलराइट, देन हुण आपां चलदे हां अगे। सब तो पहला जिहड़ा अपना टेंस आउंदा है इंग्लिश दा प्रेजेंट टेंस हुंदा है। प्रेजेंट ਦਾ ਸਭ ਤੋਂ ਪਹਿਲਾ ਜਿਹੜਾ ਟੈਂਸ ਹੁੰਦਾ ਆਪਾਂ ਡਿਸਕਸ ਕਰਕੇ ਹਟੇ ਹਾਂ, ਕਿਹੜਾ ਹੁੰਦਾ ਆ? ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਆਲਰਾਈਟ ਜੀ, ਸੋ ਪ੍ਰੈਜ਼ੈਂਟ ਚਾਹੇ ਤੁਸੀਂ ਇਨਡੈਫੀਨਿਟ ਬੋਲੋ, ਚਾਹੇ ਤੁਸੀਂ ਪ੍ਰੈਜ਼ੈਂਟ ਸਿੰਪਲ ਕਹਿ ਲਓ, ਸੇਮ ਹੀ ਗੱਲ ਹੁੰਦੀ ਆ। ਸੋ ਇਹ ਯੂਜ਼ ਕਿੱਥੇ ਹੁੰਦਾ ਆ? ਕਿਸੇ ਨੇ ਆਪਣੀ ਹੈਬਿਟ ਦੱਸਣੀ ਹੋਏ, ਆਪਣਾ ਸਕੈਡਿਊਲ ਦੱਸਣਾ ਹੋਏ, ਆਪਣਾ ਰੂਟੀਨ ਦੱਸਣਾ ਹੋਏ, ਜਾਂ ਫਿਰ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ, ਉੱਥੇ ਵੀ ਇਹ ਜਿਹੜੀ ਹੈਗੇ ਆ ਆਹ ਟੈਂਸ ਹੁੰਦਾ ਆਪਣਾ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ, ਉੱਥੇ ਯੂਜ਼ ਹੁੰਦਾ ਆ। ਸੋ ਬੱਚੇ ਜਿੱਦਾਂ ਆਪਾਂ ਡਿਸਕਸ ਕੀਤਾ, ਚਾਹੇ ਪ੍ਰੈਜ਼ੈਂਟ ਹੈ, ਚਾਹੇ ਪਾਸਟ ਹੈ, ਚਾਹੇ ਫਿਊਚਰ ਹੈ, ਸਭ ਦੇ ਚਾਰ ਟਾਈਪਸ ਆਪਾਂ ਡਿਸਕਸ ਕੀਤੇ, ਇੰਡੈਫੀਨਿਟ, कॉन्टिन्यूस, परफेक्ट एंड परफेक्ट कॉन्टिन्यूस। उदा ही चाहे हुण अगर आप डिस्कस कर रहे हैं प्रेजेंट इनडेफिनिट, ये अपना पहला टेंस है। ठीक है जी, हुण चाहे कोई भी टेंस आ जाए, ठीक है, चाहे इनडेफिनिट आ जाए, चाहे कॉन्टिन्यूस आ जाए, चाहे कोई भी आ जाए, उन्हां दियां भी अगों चार की हुंदियां आ? सब टाइप्स हुंदियां आ। ऑलराइट,
ਸੋ ਉਹ ਸਬ ਟਾਈਪਸ ਕਿਹੜੀਆਂ ਹੁੰਦੀਆਂ? ਫਰਸਟ ਵਨ ਇਜ਼ ਅਫਰਮੇਟਿਵ, ਸੈਕੰਡ ਵਨ ਇਜ਼ ਨੈਗੇਟਿਵ, ਥਰਡ ਇੰਟਰੋਗੇਟਿਵ ਐਂਡ ਫੋਰਥ ਡਬਲ ਇੰਟਰੋਗੇਟਿਵ। ਸੋ ਅਗਰ ਆਪਾਂ ਗੱਲ ਕਰੀਏ ਹੁਣ ਅਫਰਮੇਟਿਵ ਕੀ ਹੁੰਦਾ ਹੈ ਜੀ, ਸਾਨੂੰ ਮਤਲਬ ਨਹੀਂ ਪਤਾ ਬੱਚੇ। ਅਫਰਮੇਟਿਵ ਉਹ ਵਾਲੇ ਆਪਾਂ ਕਹਿ ਸਕਦੇ ਹਾਂ ਫਾਰਮ ਹੁੰਦੀ ਹੈ ਜਿਹਦੇ ਵਿੱਚ ਨਾ ਆਪਾਂ ਸਿੰਪਲ ਜਿਹੜੇ ਹੈਗੇ ਗੱਲ ਕਰ ਰਹੇ ਹੁੰਦੇ ਆ, ਵੀ ਕੋਈ ਨਾ ਨੁੱਕਰ ਨਹੀਂ ਹੋ ਰਹੀ, ਆਪਾਂ ਬੜੀ ਪੋਜ਼ਿਟਿਵ ਗੱਲ ਕਰ ਰਹੇ ਹਾਂ। ਜਿੱਦਾਂ ਮੈਂ ਕਹਿ ਰਹੀ ਹਾਂ ਰਾਮ ਖਾਣਾ ਖਾਤਾ ਹੈ, ਵह ਗਾਣਾ ਗਾਤੀ ਹੈ, ਮੀਨਸ ਇਹਦੇ ਵਿੱਚ ਕੀ ਹੁੰਦਾ, ਆਪਾਂ ਨੋਰਮਲ ਗੱਲ ਕਰ ਰਹੇ ਹਾਂ, ਆਪਾਂ ਨਹੀਂ ਦਾ ਯੂਜ਼ ਨਹੀਂ ਕਰ ਰਹੇ, ਠੀਕ ਹੈ ਜੀ। ਉਹ ਹੁੰਦੇ ਆਪਣੇ ਅਫਰਮੇਟਿਵ ਫਾਰਮ। ਦੈਨ ਆਉਂਦੀ ਆਪਣੀ ਨੈਗੇਟਿਵ। ਨੈਗੇਟਿਵ ਚ ਕੀ ਹੁੰਦਾ, ਜਿਹਦਾ ਨਾਮ ਹੀ ਨੈਗੇਟਿਵ ਹੈ, ਠੀਕ ਹੈ ਜੀ। ਉਹਦੇ ਵਿੱਚ ਕੀ ਹੁੰਦਾ, ਹਮੇਸ਼ਾ ਆਪਾਂ ਨੋਟ ਦਾ ਯੂਜ਼ ਕਰਦੇ ਹਾਂ, ਆਪਾਂ ਹਮੇਸ਼ਾ ਨਹੀਂ ਵਰਡ ਦਾ ਯੂਜ਼ ਕਰਦੇ ਹਾਂ। ਜਿੱਦਾਂ ਕਿ ਮੈਂ ਕਹਿ ਰਹੀ ਹਾਂ ਰਾਮ ਖਾਣਾ ਨਹੀਂ ਖਾਤਾ ਹੈ, ਤਾਂ ਉਹ ਕੀ ਬਣ ਗਿਆ, ਨੈਗੇਟਿਵ ਬਣ ਗਿਆ। ਦੈਨ ਥਰਡ ਇਜ਼ ਇੰਟਰੋਗੇਟਿਵ। ਇਨ ਇੰਟਰੋਗੇਟਿਵ ਆਪਾਂ ਕੀ ਕਰਦੇ ਹਾਂ, ਇੰਟਰੋਗੇਟਿਵ ਦੇ ਵਿੱਚ ਆਪਾਂ क्वेश्चंस पूछते हैं, ठीक है। फिर तुसी कहोगे जी मैम इंटरोगेटिव च भी क्वेश्चन होंगे, डबल इंटरोगेटिव च भी क्वेश्चन होंगे, फर्क की आ? सो देयर इज अ बिग डिफरेंस। जिन्हां बच्चों नूं नहीं पता इंटरोगेटिव एंड डबल इंटरोगेटिव दा, बच्चे ध्यान नाल सुनियो। इंटरोगेटिव किहड़े हुंदे आ, इदां दे क्वेश्चंस हुंदे आ जिहदा आंसर आपां हां या ना च दे सकदे हां। फॉर एग्जांपल अगर मैं तुहानूं पुछदी हां क्या आप खाना खाते हैं, ठीक है, ओहदा आपां जिहड़ा आंसर है हां या ना च दे सकदे हां, ਉਹ ਆਪਾਂ ਕੀ ਹੋਵਾਂਗੇ, अपना इंटरोगेटिव हो जाऊगा। अगर आ जाए आप खाने में क्या खाते हैं, ठीक है जी, या आप कब खाना खाते हैं, जब आपको अपना पूरा अपना आंसर एक्सप्लेन करना पै जाए, वो हुंदे है जी डबल इंटरोगेटिव क्वेश्चन। सो याद रहूगा इंटरोगेटिव में की दसिया, जिहदे विच आपां अपना जिहड़ा आंसर है हां या ना च दे सकदे हां। की तुसीं इंग्लिश सिखदे हो, आपां हां या ना च जवाब दे सकदे हां, दैट इज इंटरोगेटिव क्वेश्चन। मैं तुहानूं पुछिया तुसीं इंग्लिश कित्थों सिखदे हो, ठीक है जी, जब आपां नूं दसना पऊगा भी असीं इंग्लिश कित्थों सिख रहे हां, वो की होगा जी अपना डबल इंटरोगेटिव। ऑलराइट, सो हुण आपां डिस्कस करदे हां इन्हां दे रूल्स बारे। सो सब तो पहला जिहड़ा सीगा अपना अफर्मेटिव, यानी कि गल जिहड़ी अपनी होगी वो की होगी, बड़ी ही पॉजिटिव होगी, विच कोई ना नुक्कर नहीं होगी। सो अफर्मेटिव दी अगर मैं गल करां बच्चे तां तुसीं अपनी नोटबुक लै करके बैठ सकदे हो। तुसीं जिहड़े रूल्स आ, ठीक है, डू राइट दीज रूल्स, इन्हां रूल्स नूं तुसीं अपनी नोटबुक दे उपर लिख लो, तुहानूं बहुत काम आउणगे। इहदा रूल की है जी, सब्जेक्ट प्लस मेन वर्ब फर्स्ट फॉर्म, जिहड़ी अपनी मेन वर्ब होगी ओहदी आपां फर्स्ट फॉर्म लाउणी आ, ठीक है। इट मीनस वर्ब दी फर्स्ट फॉर्म प्लस एस प्लस ऑब्जेक्ट, ठीक है जी। हुण आपां कहिए सब्जेक्ट की हुंदा है जी, सानूं तां सब्जेक्ट भी नहीं पता बच्चे। सब्जेक्ट की हुंदा है जिहदे बारे गल हो रही हुंदी है। अगर मैं कह रही हां राम खाना खांदा है, ठीक है, गल किहदे बारे हो रही है, राम बारे गल हो रही है, दैन जिहड़ा अपना सब्जेक्ट होगा वो राम होगा। जे मैं कहदा बच्चे खेडदे हन, है ना, बच्चों बारे गल हो रही है, दैन बच्चे की है अपने सब्जेक्ट आ। वर्ब की हुंदा आपां पहलां भी डिस्कस कीता सीगा, वर्ब की हुंदा काम, वो काम की करदे आ, क्रिया जिन्हों आपां हिंदी च बोलदे आ। दैन जिहड़ा अपना लास्ट विच बचदा आ वो हुंदा है जी सेंटेंस ऑब्जेक्ट, ठीक है जी। हुण अगर आपां गल करिए भी ठीक है सानूं समझ आ गया भी वर्ब दी फर्स्ट फॉर्म लाउणी है आपां, ऑलराइट। दैन आपां की कर सकदे आ कि सॉरी एस ते ई एस कित्थे लगूगा। हुण देयर इज अ, है ना, आपां कह सकदे आ भी एक कंडीशन आ भी एस ते ई एस आपां कित्थे लाउणा है। आपां एस ते ई एस लाना बच्चे ही दे नाल, शी दे नाल, इट दे नाल जां किसे दे नेम दे नाल। क्यों? क्योंकि जिहड़ा होगा थर्ड पर्सन होना चाहिए, जिहड़ा अपना सब्जेक्ट है, ते वो सिंगुलर होना चाहिए। थर्ड आपां पढ़े होए आ, फर्स्ट पर्सन, सेकंड पर्सन, थर्ड पर्सन, ठीक है जी। कंडीशन अपनी की है कि थर्ड पर्सन होना चाहिए ते वो सिंगुलर होना चाहिए। अगर आप जे थोनू इस कंफ्यूजन होंदी है ना भी थर्ड, सानू नहीं पता जी थर्ड पर्सन की है, सिंगुलर की है, इन शॉर्ट तुसी याद कर लो बस ही, शी, इट ते नेम। ही, शी, इट, नेम दे नाल अपना की लगना है जी, आपां लाउणा दे नाल एस जां ई एस। हुण आपां एग्जांपल नाल समझदे हां। अगर मैं कहना होए मैं खाना खांदी हां, ऑलराइट, आपां की कह सकदे हां, सब्जेक्ट अपना की है, किहदे बारे गल हो रही है, मेरे बारे गल हो रही है, देन मैं लिखूंगी आई, ठीक है जी। मेन वर्ब, वर्ब की हुंदा है काम, मैं कर की रही हां, खाना खा रही हां ऑब्वियसली, ते मैं आपां बोले जी वर्ब दी फर्स्ट फॉर्म लगूगी, देन आपां की लिख सकदे हां आई ईट, ते खा की रही हां खाना, ते आई ईट फूड। सो अपना की बन गया, एक सेंटेंस बन गया आई ईट फूड। बच्चे हुण इहदी पछाण की है, पता किवें लगेगा जी, ये प्रेजेंट इनडेफिनिट टेंस है, ठीक है जी। तुहानूं मैं गल दसना पहला भुल गई सीगी। सो डू राइट दिस। अगर कोई भी सेंटेंस अगर अपना एंड हुंदा है ता है, ती है, ते है, ये है हिंदी का रूल बच्चे, ठीक है। इफ इट एंड्स विद ता है, ती है, ते है, जैसे राम खाना खाता है, राहुल पढ़ता है, राधा गाना गाती है, मैं आयल्स करता हूं, ठीक है। जब आप पंजाबी च कहिए तो आप पंजाबी च लावांगे दा है, दी है। मैं खाना खांदा हां,
गीता गाना गांदी है, ऑलराइट, फिर ਆਪਾਂ ਦਾ ਹੈ ਦੀ ਹੈ ਲਗਾਵਾਂਗੇ। ਸੋ ਤਾ ਹੈ ਤੀ ਹੈ ਤੇ ਹੈ। ਅਗਰ ਹੁਣ ਆ ਗਿਆ ਰਾਮ ਖਾਣਾ ਖਾਂਦਾ ਹੈ, ਠੀਕ ਹੈ ਜੀ ਬੱਚੇ, ਆਪਾਂ ਕੀ ਲਗਾਵਾਂਗੇ, ਸਬਜੈਕਟ ਕੀ ਆਪਣਾ ਰਾਮ, ਰਾਮ ਦੀ ਗੱਲ ਹੋ ਰਹੀ ਹੈ, ਉਹ ਕਰ ਕੀ ਰਿਹਾ ਹੈ, ਖਾਣਾ ਖਾ ਰਿਹਾ ਹੈ, ਈਟ। ਬਟ देयर इज अ डिफरेंस। ਤੁਸੀਂ ਕਹੋਗੇ ਜੀ ਤੁਸੀਂ ਆਈ ਨਾਲ ਤਾਂ ਈਟ ਲਗਾਇਆ, ਰਾਮ ਨਾਲ ਈਟਸ ਕਿਉਂ ਲਗਾਇਆ, ਕਿਉਂ ਲਗਾਇਆ? ਆਪਾਂ ਹੁਣੇ ਡਿਸਕਸ ਕਰਕੇ ਹਟੇ ਆ ਵੀ ਕਿਸੇ ਦੇ ਨੇਮ ਦੇ ਨਾਲ ਆਪਾਂ ਕੀ ਲਗਾਉਣਾ ਹੁੰਦਾ ਆ, ਆਪਾਂ ਐਸ ਜਾਂ ਈਐਸ ਲਾਉਣਾ ਹੁੰਦਾ ਹੈ। ਦੈਟਸ ਵਾਈ ਰਾਮ ਕਿਸੇ ਦਾ ਨੇਮ ਆ ਤੇ ਆਪਾਂ ਰਾਮ ਨਾਲ ਕੀ ਲਗਾਇਆ ਹੈ, ਆਪਾਂ ਰਾਮ ਨਾਲ ਲਗਾਇਆ ਈਟਸ। ਰਾਮ ਈਟਸ, ਖਾਣਾ ਕੀ ਕਰਦਾ ਉਹ, ਫੂਡ, ਠੀਕ ਹੈ ਜੀ। ਹੁਣ ਆਇਆ ਜੀ ਵੇ ਖੇਲਤੇ ਹੈ, ਵੇ ਸਾਨੂੰ ਨਹੀਂ ਪਤਾ ਉਹ ਕੌਣ ਹੈ ਹਨਾ, ਵੇ ਕੌਣ ਹੈ ਉਹ, ਆਪਾਂ ਨੂੰ ਪਤਾ ਵੀ ਵੇ ਲਈ ਆਪਾਂ ਪ੍ਰੋਨਾउन ਕੀ ਯੂਜ਼ ਕਰਦੇ ਆ, ਦੇ, ਦੈਨ ਦੇ ਪਲੇ, ਆਪਾਂ ਪਲੇਜ਼ ਨਹੀਂ ਲਗਾਇਆ, ਕਿਉਂ? ਕਿਉਂਕਿ ਵੇ ਇਜ਼ ਅ ਪਲੂਰਲ, ਠੀਕ ਹੈ। ਆਪਾਂ ਡਿਸਕਸ ਕੀਤਾ ਸੀ ਸਿਰਫ ਸਿੰਗੂਲਰ ਦੇ ਨਾਲ ਲੱਗਣਾ ਹੈ ਜੀ, ਐਸਈਐਸ, ਪਲੂਰਲ ਦੇ ਨਾਲ ਨਹੀਂ ਲੱਗਣਾ। ਅਗਰ ਮੈਂ ਕਹਿਣਾ ਹੋਏ ਰਮਨ ਗਾਣਾ ਗਾਉਂਦਾ ਹੈ, ਠੀਕ ਹੈ, ਜਾਂ ਰਮਨ ਗਾਣਾ ਗਾਤਾ ਹੈ, ਫਿਰ ਆਪਾਂ ਕੀ ਲਿਖਾਂਗੇ, ਰਮਨ ਬਾਰੇ ਗੱਲ ਹੋਈ, ਅਵਰ ਸਬਜੈਕਟ ਇਜ਼ ਰਮਨ, ਰਮਨ ਕੀ ਕਰਦਾ ਆ, ਵਰਬ ਕੀ ਹੈ, ਗਾ ਰਿਹਾ ਹੈ, sing, ਹੁਣ ਆਪਾਂ sings ਲਗਾਇਆ, ਕਿਉਂ? ਬਿਕਾਜ਼ ਮੈਂ ਹੁਣੇ ਡਿਸਕਸ ਕੀਤਾ ਸੀਗਾ ਰਮਨ ਕਿਸੇ ਦਾ ਨੇਮ ਹੈ ਤੇ ਆਪਾਂ ਨੇਮ ਦੇ ਨਾਲ ਕੀ ਲਗਾਉਣੇ ਹੁੰਨੇ ਆ, ਐਸ ਜਾਂ ਈਐਸ ਲਾਉਣੇ ਹੁੰਨੇ ਆ। ਦੈਨ ਰਮਨ sings ਕੀ ਕਰਦਾ ਉਹ, ਅ ਸੌਂਗ, ਉਹ ਗਾਣਾ ਗਾਉਂਦਾ ਹੈ। ਆਈ ਹੋਪ ਤੁਹਾਨੂੰ ਅਫਰਮੇਟਿਵ ਜਿਹੜਾ ਆਪਣਾ ਹੈਗਾ ਆ ਟੈਂਸ ਕਲੀਅਰ ਹੋ ਚੁੱਕਿਆ ਹੋਊਗਾ। ਪ੍ਰੈਜ਼ੈਂਟ ਇੰਡੈਫੀਨਿਟ ਦੀ ਫਰਸਟ ਟਾਈਪ ਹੈ ਜਿਹਨੂੰ ਆਪਾਂ ਬੋਲਦੇ ਆ ਅਫਰਮੇਟਿਵ, ਆਲਰਾਈਟ। ਦੈਨ ਆਪਾਂ ਡਿਸਕਸ ਕਰਾਂਗੇ ਨੈਗੇਟਿਵ, ਠੀਕ ਹੈ ਜੀ। ਆਪਾਂ ਕਿਹਾ ਸੀਗਾ ਐਫਰਮੇਟਿਵ ਹੁੰਦਾ ਹੈ, ਨੈਗੇਟਿਵ ਹੁੰਦਾ ਹੈ, ਇੰਟਰੋਗੇਟਿਵ ਹੁੰਦਾ ਹੈ ਐਂਡ ਡਬਲ ਇੰਟਰੋਗੇਟਿਵ ਹੁੰਦਾ ਹੈ। ਇਹ ਆਪਣੀ ਸੈਕੰਡ ਟਾਈਪ ਹੈ ਜਿਹਨੂੰ ਆਪਾਂ ਬੋਲਦੇ ਆ ਨੈਗੇਟਿਵ। ਸੋ ਨੈਗੇਟਿਵ ਦੇ ਵਿੱਚ ਜਿਹੜਾ ਰੂਲ ਆ, ਠੀਕ ਹੈ, ਤੁਸੀਂ ਧਿਆਨ ਚ ਰੱਖਣਾ ਹੈ ਰੂਲ। ਆਵਰ ਰੂਲ ਇਜ਼ ਸਬਜੈਕਟ ਡੂ ਡਸ ਪਲਸ ਨੋਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਆਬਜੈਕਟ। ਹੁਣ ਬੱਚੇ ਕਹਿਣਗੇ ਜੀ ਠੀਕ ਹੈ ਜੀ ਰੂਲ ਸਮਝ ਆ ਗਿਆ, ਹੁਣ ਕਨਫਿਊਜ਼ਨ ਇਹ ਆਉਂਦੀ ਹੈ ਜੀ ਡੂ ਕਿੱਥੇ ਲਾਈਏ ਤੇ ਡਸ ਕਿੱਥੇ ਲਾਈਏ। ਜੇ ਯਾਦ ਵੀ ਕਰਦੇ ਆ ਜੀ ਭੁੱਲ ਜਾਂਦਾ ਹੈ, ਸਾਨੂੰ ਪਤਾ ਨਹੀਂ ਲੱਗਦਾ ਵੀ ਡੂ ਕਿੱਥੇ ਲਾਉਣਾ ਹੈ। ਸੋ ਬੱਚੇ ਮੇਰੇ ਕੋਲ ਤੁਹਾਡੇ ਲਈ ਇੱਕ ਬੜਾ ਹੀ ਅੱਛਾ ਤਰੀਕਾ ਹੈ ਰਾਈਮ ਕਰਨ ਦਾ। ਤੁਸੀਂ ਸਾਰਿਆਂ ਨੇ ਆਈ ਥਿੰਕ ਵੈਸ਼ਨੋ ਦੇਵੀ ਦਾ ਨਾਮ ਸੁਣਿਆ ਹੋਵੇਗਾ, ਐਮ ਆਈ ਰਾਈਟ? ਵੀ ਸਭ ਨੂੰ ਪਤਾ ਹੈ ਵੀ ਵੈਸ਼ਨੋ ਦੇਵੀ ਲੋਕੀ ਜਾਂਦੇ ਆ। ਜਿੱਦਾਂ ਵੈਸ਼ਨੋ ਦੇਵੀ ਆ ਉਦਾਂ ਹੀ ਆਪਾਂ ਕੀ ਯਾਦ ਕਰਾਂਗੇ, ਆਈ ਯੂ ਦੇ ਵੀ। ਸੋ एक राइम करन दा तरीका है, याद करन दा तरीका है, जिद्दां वैष्णो देवी उदां ही की है अपना आई यू देवी, ठीक है। आई यू देवी दे नाल की लगना है अपना डू लगना है। देन डज किदे नाल लगूगा, जेड़ा रह गए ही शी इट जां किसे दे नेम दे नाल। सो आई होप थोनू डू ते डज इस तो बाद कदे कंफ्यूजन नहीं होगी। सो अगर आप इहदे एग्जांपल्स डिस्कस करिए, अगर मैं कहना होए राहुल खाना नहीं खाता है या फिर राम खाना नहीं खाता है, ਆਪਾਂ ਕੀ ਲਿਖ ਸਕਦੇ ਆ, ਕਿਹਦੇ ਬਾਰੇ ਗੱਲ ਹੋ ਰਹੀ ਹੈ, ਰਾਮ ਬਾਰੇ ਗੱਲ ਹੋ ਰਹੀ ਹੈ। ਸਬਜੈਕਟ ਕੀ ਹੋ ਗਿਆ ਜੀ, ਰਾਮ। ਦੈਨ ਰਾਮ ਦੇ ਨਾਲ ਹੁਣ ਡੂ ਲਾਈਏ ਜਾਂ ਡਜ਼ ਲਾਈਏ। ਆਪਾਂ ਡਜ਼ ਕਿਉਂ ਲਗਾਇਆ, ਕਿਉਂਕਿ ਆਪਾਂ ਹੁਣੇ ਡਿਸਕਸ ਕੀਤਾ ਆ ਵੀ ਹੀ ਸ਼ੀ ਇਟ ਜਾਂ ਕਿਸੇ ਦੇ ਨੇਮ ਦੇ ਨਾਲ ਆਪਾਂ ਕੀ ਲਗਾਉਣਾ, ਆਪਾਂ ਡਜ਼ ਲਗਾਉਣਾ। ਦੈਨ ਰਾਮ ਡਜ਼। ਬੱਚੇ ਜਦ ਵੀ ਕੋਈ ਵੀ ਨੈਗੇਟਿਵ ਆ ਜਾਏ, ਠੀਕ ਹੈ, ਨੈਗੇਟਿਵ ਪਾਰਟ ਆ ਜਾਏ, ਹਮੇਸ਼ਾ ਥਰਡ ਨੰਬਰ ਤੇ ਕੀ ਲੱਗੂਗਾ, ਨੋਟ ਲੱਗੇਗਾ, ਹਮੇਸ਼ਾ ਥਰਡ ਨੰਬਰ ਤੇ ਲੱਗੇਗਾ। ਸੋ ਤੁਸੀਂ ਕਦੇ ਵੀ ਕੰਫਿਊਜ਼ ਨਹੀਂ ਹੋਣਾ ਜੀ, ਨੋਟ ਸੈਕਿੰਡ ਨੰਬਰ ਤੇ ਲਾਈਏ, ਥਰਡ ਤੇ ਲਾਈਏ, ਫੋਰਥ ਤੇ ਲਾਈਏ। ਦੈਨ ਆਪਾਂ ਕੀ ਲਿਖ ਸਕਦੇ ਹਾਂ, ਰਾਮ ਡਜ਼ ਨॉट ਈਟ, ਰਾਮ नहीं खाता है, राम डज नॉट ईट। अगर मैं कहना होए मैं नहीं खाती हूं, ठीक है जी, मेरी गल हो रही है, आई आ गया जी, सब्जेक्ट कौन है, आई। हुण आई दे नाल डू लाइए या डज लाइए, आपां हुणे डिस्कस कीता कि आई यू दे भी दे नाल की लगना है, डू लगना है। देन आपां लगाता डू। थर्ड नंबर ते एज ऑलवेज नॉट, नहीं खाती हूं, आई डू नॉट ईट। अपनी वर्ब की है खाना, आप खानों की बोलते हैं ईट, देन आई डू नॉट ईट। अगर मैं कहना होए राधा गाना नहीं गाती है, ठीक है जी, राधा गाना नहीं गाती है, अपन पछाण हो रही है भी ती है नाल एंड हो रहा है, इट मीनस की हैगा ये अपना इंडेफिनिट टेंस है। ते अगर विच आ गया वर्ड नहीं गाती, इट मीनस मैम ने क्या सीगा जी, नोट आऊगा, ठीक है, नेगेटिव टेंस आ। फिर अपन समझ आ गया अपना सब्जेक्ट की है राधा, राधा दे नाल आपां डज क्यों लगाया, बिकॉज ही शीट दे नाल आपां क्या सीगा, नेम दे नाल डज लगदा है। देन राधा डज, थर्ड नंबर ते नोट, की नहीं करती है, राधा डज नॉट सिंग अ सॉन्ग, वो गाना नहीं गाती है। सो आई होप थोनू चीज़ां समझ आ रही ने। देन लास्ट वन, दे डू नॉट प्ले मीन्स वे नहीं खेलते हैं। वे आपां डिस्कस किया सी, प्लूरल है, प्लूरल दे नाल की आया, आपां क्या सी, आई यू दे वी, दे आ गया जी, दे दे नाल आपां की लाता, डू। सो दे डू नॉट प्ले, थर्ड नंबर ते नॉट, देन अपना काम किया प्ले है, सो प्ले इज अवर वर्क। सो सेंटेंस बन गया जी, दे डू नॉट प्ले। आई होप थोनू नेगेटिव जो टेंस है अपना क्लीयर हो गया होगा। देन हुण आपां मूव करते हैं जी अपने
ਅਗਲੇ ਟੈਂਸ ਦੇ ਵੱਲ, that is interrogative। interrogative ਜਿਹੜਾ ਟਾਈਪ ਆ ਆਪਾਂ ਡਿਸਕਸ ਕੀਤਾ ਸੀਗਾ। ਇੰਟੈਰੋਗੇਟਿਵ ਕਿਹੜੇ ਹੁੰਦੇ ਆ ਕੁਐਸਚਨ ਜਦ ਆਪਾਂ ਨੂੰ ਆਪਣਾ ਜਿਹੜਾ ਆਨਸਰ ਹੈ ਹਾਂ ਜਾਂ ਨਾ ਦੇ ਵਿੱਚ ਮਿਲ ਜਾਏ, ਠੀਕ ਹੈ ਜੀ। ਸੋ ਐਂਡ ਇਟ ਆਲਵੇਜ਼ ਸਟਾਰਟਸ ਵਿਦ ਹੈਲਪਿੰਗ ਵਰਬ। ਜਿਹੜੀ ਆਪਣੀ ਹੈਲਪਿੰਗ ਵਰਬ ਆ ਬੱਚੇ ਆਪਾਂ ਡਿਸਕਸ ਕੀਤਾ ਸੀਗਾ ਨਾ, ਇਜ਼, ਐਮ, ਆਰ, ਡੂ, ਡਜ਼, ਵਿਲ, ਸ਼ੈਲ, ਇਹ ਸਭ ਆਪਣੀਆਂ ਹੈਲਪਿੰਗ ਵਰਬਸ ਹੁੰਦੀਆਂ ਆ। ਸੋ ਇਹਦੇ ਵਿੱਚ ਆਪਾਂ ਡਿਸਕਸ ਕੀਤੀ ਸੀ ਡੂ ਐਂਡ ਡਜ਼। ਸੋ ਜੇ ਡੂ ਐਂਡ ਡਜ਼ ਆ ਉਹ ਸਭ ਤੋਂ ਫਰਸਟ ਨੰਬਰ ਤੇ ਆ ਜਾਏਗੀ ਜਦ ਵੀ ਆਪਾਂ ਕਿਸੇ ਨੂੰ ਕੁਐਸਚਨ ਪੁੱਟ ਕਰਨਾ ਹੁੰਦਾ ਆ। ਸੋ ਇਹ ਆਪਣਾ ਜਿਹੜਾ ਰੂਲ ਹੈ, ਇਹਦਾ ਆ ਰੂਲ ਹੈ, ਡੂ, ਡਜ਼ plus subject plus verb ਦੀ first form plus object plus question mark। question mark ਲਗਾਉਣਾ ਨਹੀਂ ਭੁੱਲਣਾ ਕਿਸੇ ਵੀ ਬੱਚੇ ਨੇ, because ਤਾਂ ਹੀ ਪਤਾ ਚੱਲੂਗਾ ਕਿ ਆਪਾਂ question put ਕਰ ਰਹੇ ਹਾਂ, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਇਹਦੇ एग्जांपल्स ਦੀ, ਅਗਰ ਮੈਂ ਕਹਿਣਾ ਹੋਏ क्या राम खाना खाता है या क्या राम खाता है, ठीक है जी, क्या राम खाता है, गल किहदी हो रही है जी, राम दी, ठीक है जी। बट ਆਪਾਂ क्या पहला हेल्पिंग वर्ब आएगी, डू या डज आऊगा। ਹੁਣ ਰਾਮ ਦੇ ਨਾਲ ਆਪਾਂ ਡਜ਼ ਲਾਉਣਾ ਹੈ, ਕਿਉਂ? ਕਿਉਂਕਿ ਆਪਾਂ ਡਿਸਕਸ ਕੀਤਾ ਸੀਗਾ ਕਿਸੇ ਦੇ ਨੇਮ ਦੇ ਨਾਲ ਆਪਾਂ ਡਜ਼ ਲਾਉਨੇ ਆ। ਦੈਨ ਆਪਾਂ ਲਗਾਵਾਂਗੇ ਡਜ਼ ਰਾਮ ਈਟ, ਠੀਕ ਹੈ ਜੀ। ਕਿਉਂਕਿ ਆਪਾਂ ਈਟ ਕਿਉਂ ਲਗਾਇਆ? ਆਪਾਂ ਕਿਹਾ ਜੀ ਵਰਬ ਦੀ ਫਰਸਟ ਫਾਰਮ ਹੋਣੀ ਹੈ ਪਲੱਸ ਕੁਐਸਚਨ ਮਾਰਕ। ਇਹ ਆਪਣਾ ਕੀ ਬਣ ਗਿਆ? ਸੈਂਟੈਂਸ ਬਣ ਗਿਆ ਵੀ ਕਿਆ ਰਾਮ खाता है, डज राम ईट, ठीक है बच्चे। क्या राम खाता है एंड राम क्या खाता है, देयर इज अ डिफरेंस, ठीक है। बहुत ही बड़ा डिफरेंस है दोनों दे विच। सो तुसी कंफ्यूज नहीं होना, वो आपां नेक्स्ट जिहड़ा हैगा स्लाइड ਉਹਦੇ ਚ ਆਪਾਂ डिस्कस करांगे। देन अगर आपां हुण कहना होए क्या मैं खाती हूं, ठीक है जी, मैं की हां, सब्जेक्ट आ, ठीक है जी। आई दे नाल की लगदा है डू, आपां डिस्कस कर चुके हैं। देन आप सेंटेंस की बनूगा डू आई ईट। बस तुसी कुछ नहीं करना, जिहड़ा अपना रूल है अपने रूल दे अकॉर्डिंग आपां अपने जिहड़े हैगे हैं हेल्पिंग वर्ब सब्जेक्ट वर्ब फिल करते जाना, तो अपना की बन जाएगा, अपनी सेंटेंस फॉर्मेशन हो जाऊगी जी। अगर आप कहना है क्या राधा गाना गाती है ना, आप पूछ रहे हैं, आप उन्हें तो जवाब भी दे सकते हैं हाँ या ना च भी गाउंदी है या नहीं गाउंदी, ठीक है। इट मीन्स क्लियर हो गया जी, इंटैरोगेटिव द टाइप है। सो इंटैरोगेटिव च आपां नूं पता है भी अपनी हेल्पिंग वर्ब फर्स्ट नंबर ते आऊगी। देन आप की कहांगे डज। डज क्यों लगाया? राधा किसी का नेम है। देन डज राधा वो करदी की है, सिंग, गाना गान, अपनी वर्ब की है सिंग, की कर दिया डज राधा सिंग अ सॉन्ग। ये अपना की बन गया? सेंटेंस फॉर्मेशन होगी। जो मैं पूछना होए क्या वह खेलते हैं, हाँ या ना जवाब दे सकते हैं। वे, क्या वे खेलते हैं, वे कौन ने, दे नाल की लगदा हुंदा डू। सो सेंटेंस की बन गया डू दे प्ले। ऑलराइट, इस तरीके नाल आपां की कर सकते हैं बच्चे, आपां अपने इंटैरोगेटिव सेंटेंसेस उन्हां नूं बना सकते हैं। इंटैरोगेटिव मीन्स जिस आपां क्वेश्चन पुट करना होए। नाउ आवर लास्ट टाइप इज डबल इंटैरोगेटिव, ठीक है जी। डबल इंटैरोगेटिव की हुंदा है, आप पहला भी डिस्कस करके हटे हैं। डबल इंटैरोगेटिव वो टाइप हुंदी आ जिहदे विच आपां नूं अपना एग्जाम अपना जिहड़ा आंसर हुंदा है डिटेल च देना पैंदा है। आपां उह च हां या ना च जवाब नहीं दे सकदे। जिद्दां मैं तुहानूं पुछ लिया तुसी खाने विच की खाने हो, तुहानूं दसना पैना तुसी की खाने हो। जब मैं पूछा तुसी आइल्स कित्थों करदे हो, तुहानूं इंस्टीट्यूट दा नाम दसना पैना आ। सो जद आपां हां या ना च जवाब नहीं दे सकदे, आपां नूं आंसर एक्सप्लेन करना पैंदा, वो अपनी टाइप हुंदी है जी डबल इंटैरोगेटिव, ठीक है जी। व्हेन आंसर इज गिवन इन डिटेल, ਇਹਦੇ ਜਿਹੜਾ ਬੱਚੇ ਜਿਹੜਾ ਰੂਲ ਹੁੰਦਾ ਆ ਉਹਦਾ ਰੂਲ ਹੁੰਦਾ WH ਫੈਮਿਲੀ। ਇਹਦੇ ਅੱਗੇ ਬਸ WH ਫੈਮਿਲੀ ਲੱਗ ਜਾਂਦੀ ਹੈ, ਬਾਕੀ ਸਾਰਾ ਸੇਮ ਰਹਿੰਦਾ ਹੈ। ਕਿਹਦੇ ਨਾਲ ਸੇਮ ਰਹਿੰਦਾ ਹੈ? ਇੰਟੈਰੋਗੇਟਿਵ। ਇੰਟੈਰੋਗੇਟਿਵ ਚ ਆਪਾਂ ਹੈਲਪਿੰਗ ਵਰਬ ਪਹਿਲਾਂ ਲਾਈ ਸੀ, ਫਿਰ ਸਬਜੈਕਟ ਲਾਇਆ ਸੀ, ਫਿਰ ਵਰਬ ਲਾਈ ਸੀ, ਫਿਰ ਆਪਾਂ ਆਬਜੈਕਟ ਲਾਇਆ ਸੀ ਪਲੱਸ ਕੁਐਸਚਨ ਮਾਰਕ ਲਗਾਇਆ ਸੀਗਾ। ਸੋ ਬੱਚੇ ਹੁਣ ਆਪਾਂ ਗੱਲ ਕਰਦੇ ਹਾਂ WH ਫੈਮਿਲੀ ਕੀ ਹੁੰਦਾ ਹੈ ਜੀ। ऐसे वर्ड्स ਜਿਹੜੇ या तो W तो स्टार्ट होन या तो H तो स्टार्ट होन, लाइक what, where, when, how much, how many, वो सारे वर्ड्स किहदे विच आउंदे आ जी? WH फैमिली दे विच आउंदे आ। सो अगर आपां दी एग्जांपल्स लेके इहनूं समझण दी कोशिश करिए, अगर हुण मैं पुछदी हां मैं क्या खाती हूं, एक क्वेश्चन सीगा क्या मैं खाती हूं, ठीक है जी। की सीगा? क्या मैं खाती हूं। अगर दूसरा आ गया मैं क्या खाती हूं, मैं क्या खाती हूं। सो देयर इज अ डिफरेंस। डिफरेंस की है जी? देखो तुसी कहना मैडम क्या तो इत्थे भी लग गया, क्या इत्थे भी लग गया, बट वो क्या फर्स्ट नंबर ते लग गया, ਇਹਦੇ ਵਿੱਚ सेकंड नंबर ते लग गया, जिहदे नाल अपनी ਜਿਹੜੇ पूरा क्वेश्चन दी सेंस ही चेंज हो चुकी है। सो ਆਪਾਂ ਕਹਿ ਸਕਦੇ ਹਾਂ कि हुण अगर आंदा क्या मैं खाती हूं, वो अपना हो जाता जी इंटैरोगेटिव। हुण अगर जा गया मैं क्या खाती हूं, मैं दसना पैना क्या खाती हूं, देन वो अपना की हो गया डबल इंटैरोगेटिव। विल स्टार्ट आवर टेंस विद WH फैमिली। सो हुण क्या दी इंग्लिश की हुंदी, आपां नूं पता है क्या दी इंग्लिश वट हुंदी है। सो आपां वट तो स्टार्ट करांगे, फिर अपनी वही हेल्पिंग वर्ब आ जाएगी आई। मेरी गल हो रही है मैं, है ना, आई।
ਤੇ ਆਈ ਦੇ ਨਾਲ ਆਪਾਂ ਡਿਸਕਸ ਕੀਤਾ ਸੀ ਡੂ ਲੱਗਦਾ ਆ, ਸੋ ਵਾਟ ਡੂ ਆਈ ਈਟ, ਆਪਣੀ ਜਿਹੜੀ ਹੈਗੀ ਹੈ ਵਰਬ ਕੀ ਆ, ਖਾਣਾ ਹੈ, ਈਟ ਆ, ਸੋ ਆਪਾਂ ਉਹਨੂੰ ਕਹਿ ਸਕਦੇ ਆ ਸੋ ਵਾਟ ਡੂ ਆਈ ਈਟ, ਇਹ ਆਪਣਾ ਕੀ ਬਣ ਗਿਆ, ਇਹ ਆਪਣਾ ਸੈਂਟੈਂਸ ਬਣ ਗਿਆ। अगर आप कहना होए राम कब खाता है, ठीक है जी, राम कब खाता है, हुण बच्चे वर्ड आ गया कब, कब दी इंग्लिश की हुंदी है वैन, आप छोटे होंदे तो पढ़ते आ रहे हैं, सो अपना जेड़ा सेंटेंस स्टार्ट होगा वैन तो सॉरी, फिर अपनी हेल्पिंग वर्ब लगेगी डू या डज, आप डज लगावांगे क्योंकि आप डिस्कस कर चुके हैं किसी दे नेम दे नाल डज लगदा आ, सो व्हेन डज राम ईट, ये अपना की बन गया जी, अपना सेंटेंस बन गया। देन अगर आप कहना होए राधा गाना कहाँ गाती है, हुण दसना पैना जी राधा गाना कित्थे गाउंदी है, सो कहाँ, कहाँ दी इंग्लिश की हुंदी है जी वेयर, अपनी हेल्पिंग वर्ब क्या होगी डज, बिकॉज नेम है, वेयर डज राधा सिंग अ सॉन्ग, ये अपना की बन गया जी, ये अपना बन गया एक सेंटेंस बन गया, किहदा बन गया जी डबल इंटैरोगेटिव दा। आई होप थोनू ये सब चीज़ां क्लीयर हो रही ने बच्चे, ये बिल्कुल ही बेसिक लैवल तो मैं तुहानू पढ़ाया है, तुहाडे लई बहुत ज़्यादा जरूरी है अपनी टेंसेस ते कमांड वधिया करनी, जे तुसी आयल्स विच अपनी राइटिंग या स्पीकिंग या कोई भी मॉड्यूल या राइटिंग आयल्स दा तुसी उहदे विच अपने अच्छे स्कोर करना चाहुंदे हो, सो आपां उहनां बच्चों लिए वीडियोज़ लैके आए हैं जिहड़े पंजाब बोर्ड तो पढ़े आ या फिर जिहड़े अपनी इंग्लिश दे विच कमांड वधिया करने चाहुंदे आ। सो आई होप भी थोनू सब क्लीयर हो गया। जे तुसी चाहुंदे हो कि आपां तुहाडे लई होर भी टेंसेस ते वीडियो लै करके आईए जिहड़े अपने होर रेस्ट ऑफ द वीडियोज़ रहिंदियां कंटीन्यूअस परफेक्ट कंटीन्यूअस दी, सानू तुसी कमेंट सैक्शन दे विच जरूर कमेंट करके दसो, एंड जे थोनू वीडियो चंगी लगी है तो प्लीज़ लाइक करो, शेयर करो एंड सबसक्राइब करो। थैंक यू सो मच।